यार देणगे क्यों नहीं देणगे, देणगे क्यों नहीं, लोगों का पैसा है। ਤੁਸੀਂ आज ने इन्हें तू ਸਾਡੇ ਮੂਹਰੇ ਰੱਖੇ ਹੈ ਤੇ ਉਹ ਪੈਸੇ ਰਹਿਣ ਦੇਣਗੇ। ਜ਼ਮੀਨ ਜਦੋਂ ਮੰਤਰੀ ਜਾ ਕੇ ਖੜਦਾ ਹੈ, ਸਾਰਾ ਪ੍ਰਸ਼ਾਸਨ ਜਾ ਕੇ ਖੜਦਾ ਹੈ, ਉੱਥੇ 200-250 ਪੁਲਿਸ ਮੁਲਾਜ਼ਮ ਜਾ ਕੇ ਖੜ ਲੈਂਦੇ ਤੇ ਇਹ ਕਹਿੰਦੇ ਆ ਨਾ ਕਿ ਤੁਹਾਨੂੰ ਖਰਚਾ ਵੀ ਪਊਗਾ ਤੇ ਤੁਹਾਨੂੰ ਪਰਚਾ ਵੀ ਪਊਗਾ। ਜਿਹੜੇ ਉਸ ਵੇਲੇ ਕਿਸੇ ਬੰਦੇ ਨੇ ਕਿਸੇ ਸਰਕਾਰ ਨੂੰ ਪੈਸੇ ਭਰਤੇ ਉਹ ਦੁਬਾਰਾ ਪੈਸੇ ਕਿਵੇਂ ਭਰ ਦੂਗਾ ਜੀ? ਕਿਉਂ ਲੀਜ਼ ਤੇ ਜੀ? ਜੋ ਸਾਡੀ ਜ਼ਮੀਨ ਦੀ ਲੀਜ਼ ਕਿਵੇਂ ਲਵਾਂਗੇ ਅਸੀਂ? ਸਰਕਾਰ ਬਾਰ-ਬਾਰ ਕਹਿੰਦੀ ਸੀਗੀ ਕਿ ਆਬਾਦਕਾਰਾਂ ਦੇ, ਕਾਸ਼ਤਕਾਰਾਂ ਦੇ ਤੇ ਇਹਨਾਂ ਜੁਮਲਾ ਮਾਲਕਾਨਾਂ ਦੇ ਦੀ ਆੜ 'ਚ ਕਿਤੇ ਕੋਈ ਵੱਡਾ ਮਗਰਮੱਛ ਨਾ ਫਾਇਦਾ ਲੈ ਜੇ। ਇਹ ਤਾਂ ਲੋਕਾਂ ਦੀ ਜ਼ਮੀਨ ਹੈ, ਸਰਕਾਰ ਦੀ ਜ਼ਮੀਨ ਨਹੀਂ ਹੈ ਉਹ। ਲੁਧਿਆਣਾ ਵਿੱਚ ਕਿਸਾਨ ਆਗੂਆਂ ਦੀ ਬੈਠਕ ਹੋਈ, ਜਿਸ ਵਿੱਚ ਵੱਡੇ ਕਿਸਾਨ ਆਗੂਆਂ ਨੇ ਹਿੱਸਾ ਲਿਆ। ਹਾਲਾਂਕਿ ਇਸ ਬੈਠਕ ਦਾ ਕੋਈ ਨਤੀਜਾ ਸਾਹਮਣੇ ਨਹੀਂ ਆਇਆ ਤੇ ਕਈ ਵੱਡੇ ਕਿਸਾਨ ਆਗੂ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਹੀ ਉੱਥੋਂ ਚਲੇ ਗਏ। ਇਸ ਦੇ ਨਾਲ ਹੀ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਬੈਠਕ ਵਿੱਚ ਕਿਸਾਨਾਂ ਵਿੱਚ ਆਪਸੀ ਵਿਵਾਦ ਵੀ ਹੋਏ ਨੇ। ਇਹ ਵਿਵਾਦ ਕਿਸਾਨ ਅੰਦੋਲਨ ਦੌਰਾਨ ਇਕੱਠੇ ਹੋਏ ਪੈਸਿਆਂ ਨੂੰ ਲੈ ਕੇ ਹੋਏ ਨੇ। ਹਾਲਾਂਕਿ ਪਹਿਲਾਂ ਤਾਂ ਕੋਈ ਵੀ ਕਿਸਾਨ ਆਗੂ ਮੀਡੀਆ ਸਾਹਮਣੇ ਬੋਲਣ ਨੂੰ ਤਿਆਰ ਨਹੀਂ ਸੀ, ਪਰ ਇਸ ਬੈਠਕ ਤੋਂ ਬਾਅਦ ਕੁਝ ਕਿਸਾਨ ਆਗੂ ਪ੍ਰੈਸ ਵਾਰਤਾ ਕਰਨ ਲਈ ਤਿਆਰ ਹੋ ਗਏ, ਜਿਸ ਵਿੱਚ ਉਹਨਾਂ ਨੇ ਕੁਝ ਮੁੱਦਿਆਂ ਤੇ ਚਾਨਣਾ ਪਾਇਆ, ਜਿਨ੍ਹਾਂ ਵਿੱਚ ਕਿਸਾਨ ਅੰਦੋਲਨ 'ਚ ਇਕੱਠੇ ਹੋਏ ਪੈਸਿਆਂ ਦਾ ਮੁੱਦਾ, ਪੰਚਾਇਤੀ ਜ਼ਮੀਨਾਂ ਦਾ ਮੁੱਦਾ ਤੇ ਸ਼ਹੀਦ ਪਰਿਵਾਰਾਂ ਨੂੰ ਨੌਕਰੀ ਤੇ ਮੁਆਵਜ਼ਾ ਦੇਣ ਦਾ ਮੁੱਦਾ ਵੀ ਸ਼ਾਮਲ ਸੀ। ਹਾਲਾਂਕਿ ਸੰਗਰੂਰ ਚੋਣਾਂ 'ਤੇ ਉਹਨਾਂ ਨੇ ਚੁੱਪੀ ਬਣਾਈ ਰੱਖੀ। ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਵੀਰਾਂ ਨੂੰ ਬਹੁਤ-ਬਹੁਤ ਧੰਨਵਾਦ ਤੁਹਾਡਾ। ਬੜਾ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਤੁਸੀਂ ਸਾਡੇ ਲਈ ਇੱਥੇ ਪਹੁੰਚੇ ਹੋ। ਅੱਜ ਦੀ ਆਪਾਂ ਜਿਹੜੀ ਪ੍ਰੈਸ ਕਾਨਫਰੰਸ ਕਰਨ ਲੱਗੇ ਹਾਂ, ਇਹਦੇ ਵਿੱਚ ਇੱਕ ਤਾਂ ਗੱਲ ਇਹ ਹੈ ਕਿ ਅੱਜ ਇੱਥੇ 7 ਮੈਂਬਰੀ ਕਮੇਟੀ ਜਿਹੜੀ ਆਪਣਾ ਕੋਆਰਡੀਨੇਸ਼ਨ ਕਮੇਟੀ ਹੈ SKM ਦੀ, ਉਹ ਇੱਥੇ ਇੰਡੀਆ ਲੈਵਲ ਦੀ ਉਹ ਆਈ ਸੀ। ਉਹਦੇ ਨਾਲ ਵਿਚਾਰ ਚਰਚਾ ਹੋਈ ਹੈ, ਬਹੁਤ ਸਾਰੇ ਇਸ਼ੂਆਂ ਦੇ ਵਿਚਾਰ ਚਰਚਾ ਹੋਈ ਹੈ। ਔਰ ਉਸ ਤੋਂ ਬਾਅਦ ਹੁਣ ਜਿਹੜੀ ਇਹ ਤੋਂ ਅਗਲੀ ਮੀਟਿੰਗ ਸਾਡੀ ਹੁਣੇ ਤੁਹਾਡੇ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਇੱਕ ਹੋਰ ਮੀਟਿੰਗ ਸ਼ੁਰੂ ਹੋਣ ਲੱਗੀ ਹੈ ਪੰਜਾਬ ਦੀਆਂ 23 ਜਥੇਬੰਦੀਆਂ ਦੀ। ਇਹਦਾ ਮੇਨ ਏਜੰਡਾ ਹੈ ਕਿ ਸਰਕਾਰ ਨੇ ਪਿਛਲੇ ਦਿਨ ਸਾਡੇ ਨਾਲ ਮੀਟਿੰਗ ਕੀਤੀ ਸੀਗੀ ਅੰਦੋਲਨ ਦੇ ਕਰਕੇ 18 ਤਰੀਕ ਨੂੰ, ਤੇ ਉਸ ਤੋਂ ਬਾਅਦ 23 ਤਰੀਕ ਨੂੰ ਸਾਡੇ ਨਾਲ ਪੰਚਾਇਤ ਮੰਤਰੀ ਨੇ ਵੀ ਬੈਠ ਕੇ ਇੱਕ ਮੀਟਿੰਗ ਕੀਤੀ, ਕੁਝ ਫੈਸਲੇ ਲਏ ਸੀ। ਪਰ ਗਰਾਊਂਡ ਲੈਵਲ ਦੇ ਉੱਤੇ ਉਹਨਾਂ ਫੈਸਲਿਆਂ ਦਾ ਕੋਈ ਅਸਰ ਮਤਲਬ ਬਹੁਤਾ ਵਧੀਆ ਨਜ਼ਰ ਨਹੀਂ ਆ ਰਿਹਾ। ਔਰ ਕੁਝ ਸਾਡੀਆਂ ਮੰਗਾਂ ਉਸ ਪਿਛਲੇ ਅੰਦੋਲਨ ਵੇਲੇ ਦੀਆਂ, ਮਤਲਬ ਜਿਵੇਂ ਕਿਸਾਨਾਂ ਨੂੰ ਸਾਡਿਆਂ ਨੂੰ ਕੰਪਨਸੇਟ ਕਰਨਾ, ਸਾਡੇ ਬੱਚਿਆਂ ਨੂੰ ਨੌਕਰੀਆਂ ਦੇਣੀਆਂ, ਸ਼ਹੀਦ ਪਰਿਵਾਰਾਂ ਦੀਆਂ ਨੂੰ ਰਹਿੰਦੀਆਂ ਨੇ, ਉਹਨਾਂ ਬਾਰੇ ਗੱਲਬਾਤ ਕਰਨਗੇ ਲਖਵਾਲ ਸਾਹਿਬ। ਜ਼ਮੀਨਾਂ ਦਾ ਕੀ ਮੁੱਦਾ, ਉਹਦੇ 'ਤੇ ਗੱਲਬਾਤ ਮਤਲਬ ਤੁਹਾਡੇ ਨਾਲ ਸਰਜੀਤ ਫੂਲ ਜੀ ਕਰਨਗੇ। ਪਹਿਲਾਂ ਸਰਜੀਤ ਫੂਲ ਜੀ ਗੱਲਬਾਤ ਰੱਖਣਗੇ ਕਿ ਜਿਸ ਤਰੀਕੇ ਦਾ ਜ਼ਮੀਨਾਂ ਦਾ ਮੁੱਦਾ ਹੈ, ਜਿਹਦੇ ਕਰਕੇ ਸਾਡੀ ਲੜਾਈ ਸ਼ੁਰੂ ਹੋਈ ਹੈ, ਜਿਸ ਗੱਲ ਤੋਂ ਸਰਕਾਰ ਸਾਨੂੰ ਪਿੱਛੇ ਹਟਦੀ ਨਜ਼ਰ ਆ ਰਹੀ ਹੈ, ਔਰ ਉਹਦੇ ਪ੍ਰਤੀ ਅੱਜ ਅਸੀਂ ਮੀਟਿੰਗ ਦੇ ਵਿੱਚ ਇਸ ਤੋਂ ਬਾਅਦ ਇੱਕ ਪ੍ਰੋਗਰਾਮ ਉਲੀਕਾਂਗੇ। ਅੱਗੇ ਅੰਦੋਲਨ ਕਿਹੜੀ ਦਿਸ਼ਾ ਵੱਲ ਨੂੰ ਲੈ ਕੇ ਜਾਣਾ, ਉਹ ਮੀਟਿੰਗ ਤੋਂ ਬਾਅਦ ਦੱਸਾਂਗੇ ਤੁਹਾਨੂੰ। ਸਤਿਕਾਰਯੋਗ ਮੀਡੀਆ ਵਾਲੇ ਸਾਥੀਓ, ਸਾਡੀ ਜੋ 23 ਤਾਰੀਖ ਨੂੰ ਪੰਚਾਇਤ ਮੰਤਰੀ ਕੁਲਦੀਪ ਸਿੰਘ ਧੌਲੀਵਾਲ ਨਾਲ ਗੱਲਬਾਤ ਹੋਈ ਸੀ, ਬਹੁਤ ਡਿਟੇਲ 'ਚ, ਜਿਹਦਾ ਇੱਕੋ ਹੀ ਮੁੱਦਾ ਸੀਗਾ ਵੀ ਜਿਹੜੀ ਤੁਸੀਂ ਇਹ ਜਬਰੀ ਆਬਾਦਕਾਰਾਂ ਨੂੰ, ਜਿਨ੍ਹਾਂ ਨੇ ਜ਼ਮੀਨਾਂ ਆਪਣੀ ਖਰਚ ਖੇਚਣ ਆਬਾਦ ਕੀਤੀਆਂ, ਉਹਨਾਂ ਨੂੰ ਵੀ ਬਰਾਬਰੀ ਜਾੜ ਰਹੇ ਹੋ, ਚੋਰਾਂ ਨੂੰ ਤੇ ਸਾਧਾਂ ਨੂੰ ਤੁਸੀਂ ਇੱਕੋ ਰੱਸੇ ਬੰਨ੍ਹ ਰਹੇ ਹੋ। ਇਸ 'ਤੇ ਅਸੀਂ ਸਖਤੀ ਨਾਲ ਰੱਖਿਆ ਤੇ ਜਿਹਦੇ ਸਾਡੀ ਇਹ ਸਹਿਮਤੀ ਹੋ ਗਈ ਸੀ ਬਈ ਜਿਹੜੇ ਛੋਟੇ ਕਿਸਾਨ ਨੇ, ਜਿਨ੍ਹਾਂ ਨੇ ਜ਼ਮੀਨਾਂ ਆਬਾਦ ਕੀਤੀਆਂ ਨੇ, ਜਿਨ੍ਹਾਂ ਦੀ ਰੋਟੀ ਰੋਜੀ ਉਹਦੇ 'ਤੇ ਜ਼ਮੀਨ 'ਤੇ ਹੀ ਨਿਰਭਰ ਹੈ, ਹੋਰ ਉਹਨਾਂ ਕੋਲ ਕੋਈ ਰੁਜ਼ਗਾਰ ਨਹੀਂ, ਕੋਈ ਨਾ ਸਰਵਿਸ ਹੈ ਨਾ ਬਿਜ਼ਨਸ ਹੈ, ਉਹਨਾਂ ਨੂੰ ਨਹੀਂ ਜੜਿਆ ਜਾਊ। ਭਾਵੇਂ ਉਹ ਕੋਰਟਾਂ 'ਚੋਂ ਖਰੇ ਵੀ ਹੈਗੇ ਹੈ, ਭਾਵੇਂ ਉਹ ਜ਼ਮੀਨ ਪੰਚਾਇਤ ਦੀ ਜਾਂ ਸਰਕਾਰੀ ਵੀ ਕਿਉਂ ਨਾ ਹੋਵੇ, ਉਹਨਾਂ ਨੂੰ ਉਜਾੜਿਆ ਨਹੀਂ ਜਾਊਗਾ। ਤੇ ਉਹਨਾਂ ਨੂੰ ਜੇ ਕੋਈ ਕੋਈ ਕਾਨੂੰਨ ਹੋਇਆ, ਪੰਜਾਬ ਦਾ ਐਕਟ ਕੋਈ ਹੋਇਆ, ਜਿਵੇਂ 54 ਐਕਟ ਹੈਗਾ ਇੱਕ, ਜਿਹੜਾ ਕਹਿੰਦਾ ਵੀ ਉਹਨਾਂ ਨੂੰ ਮਾਲਕੀ ਦੇਣੀ ਹੈ, ਭਾਵੇਂ ਤਾਂ ਕੋਈ ਪਿਛਲਾ ਕਾਨੂੰਨ ਪਾਲਿਸੀ ਵਰਤ ਕੇ, ਜੇ ਕੋਈ ਪਿਛਲਾ ਕਾਨੂੰਨ ਪਾਲਿਸੀ ਨਾ ਵੀ ਹੋਇਆ ਤਾਂ ਅਸੀਂ ਸੈਸ਼ਨ ਬੁਲਾ ਕੇ ਵੀ ਉਹਨਾਂ ਨੂੰ ਮਾਲਕੀ ਹੱਕ ਦੇਵਾਂਗੇ। ਪਰ ਉਸ ਤੋਂ ਪਹਿਲਾਂ ਜਿਹੜੀ ਇਹਦੀ ਛਾਣਬੀਣ ਕਰਨ ਦੀ ਖਾਤਰ ਵੀ, ਜਿਵੇਂ ਕਹਿੰਦੇ ਸੀ ਵੀ 8000 ਏਕੜ ਅਸੀਂ ਪਹਿਲੇ ਦੌਰ 'ਚ ਕੱਢਿਆ, ਜਿਹੜੇ ਕਿ ਨਜਾਇਜ਼ ਕਾਬਜ਼ਕਾਰ ਹੈ, ਜਿਹਦੇ ਵਿੱਚ ਉਹ ਜਿਹੜੇ ਅਸੀਂ ਕਹਿੰਦੇ ਆਬਾਦਕਾਰ ਹੈ ਜਾਂ ਜਿਨ੍ਹਾਂ ਦੀ ਰੋਟੀ ਰੋਜੀ ਉਹ ਵੀ ਵਿੱਚੇ ਹੈ, ਉਹਨਾਂ ਦੀ ਛਾਣਬੀਣ ਕਰਨ ਦੀ ਖਾਤਰ ਵੀ ਉਹਨਾਂ 'ਚੋਂ ਨਜਾਇਜ਼ ਕੌਣ ਹੈ, ਜਾਇਜ਼ ਕੌਣ ਹੈ, ਉਹਦੀ ਖਾਤਰ ਇੱਕ ਤੈਅ ਹੋਇਆ ਸੀਗਾ ਵੀ ਇੱਕ 9 ਮੈਂਬਰੀ ਕਮੇਟੀ ਬਣੂਗੀ, ਜਿਹਦੇ ਵਿੱਚ 5 ਆਗੂ ਕਿਸਾਨ ਜਥੇਬੰਦੀਆਂ ਦੇ ਹੋਣਗੇ ਤੇ 4 ਆਗੂ ਜਿਹੜੇ ਸਰਕਾਰ ਦੇ ਭਾਵੇਂ ਅਧਿਕਾਰੀ ਹੋਣ ਜਾਂ ਕੋਈ ਹੋਰ ਉਹ ਹੋਣਗੇ। ਉਹ 9 ਮੈਂਬਰੀ ਕਮੇਟੀ ਉਹਦੀ ਸਾਰੀ ਐਗਜ਼ਾਮਨ ਕਰੂਗੀ 8000 ਕੇਸਾਂ ਤੇ ਐਗਜ਼ਾਮਨ ਕਰਕੇ ਉਹਨਾਂ ਦੀ ਛਾਂਟ ਕਰਕੇ ਵੀ ਆਹ ਸਾਰਿਆਂ ਨੂੰ ਮਾਲਕੀ ਦੇਣੀ ਬਣਦੀ ਹੈ। ਫਿਰ ਉਹ ਜਿਹੜੀ ਜੇ ਤਾਂ ਕਮੇਟੀ ਕੋਈ ਸੁਝਾਅ ਦੇ ਸਕੀ ਉਹਨਾਂ ਨੂੰ ਪਾਲਿਸੀ ਮਾਲਕੀ ਦੇਣ ਦਾ ਕਮੇਟੀ ਕਰੂਗੀ। ਜਿਹੜੇ ਪਿਛਲੇ ਕਾਨੂੰਨਾਂ ਪਾਲਿਸੀਆਂ ਨੂੰ ਪੰਜਾਬ ਦੀਆਂ ਨੂੰ ਆਧਾਰ 'ਤੇ
ਜੇ ਕੋਈ ਨਾ ਕੋਈ ਹੋਈ ਪਾਲਿਸੀ ਕਾਨੂੰਨ ਫਿਰ ਉਹ ਸੈਸ਼ਨ ਸੱਦ ਕੇ ਨਵਾਂ ਬਣਾਇਆ ਜਾਊਗਾ। ਪਰ ਅਸੀਂ ਜਿਹੜਾ ਸਾਨੂੰ ਅੱਜ ਅਸੀਂ ਮੀਟਿੰਗ ਸੱਦੀ ਆ ਦੁਬਾਰਾ, ਉਹ ਇਹ ਹੈ ਵੀ ਉਹਨਾਂ ਨੇ ਜਿਹੜਾ ਕਹਿੰਦਾ ਸੀਗਾ ਵੀ ਅਸੀਂ ਰਫ਼ਤਾਰ ਹੌਲੀ ਕਰਾਂਗੇ 30 ਜੂਨ ਤੱਕ, ਉਹ ਪਿੱਛੇ ਵੀ ਸਮਾਂ ਵੀ ਪਿੱਛੇ ਪਾਤਾ ਸੀਗਾ, ਪਰ ਉਹਨੇ ਅਮਲ ਦੇ ਵਿੱਚ ਕੁਝ ਨਹੀਂ। ਅਮਲ ਦੇ ਵਿੱਚ ਜਿਹੜਾ ਪਹਿਲਾ ਅਮਲ ਹੈ ਸਾਰਿਆਂ ਨੂੰ ਹੀ ਮਤਲਬ ਉਜਾੜਨ ਵਾਲਾ, ਸਾਰਿਆਂ ਨੂੰ ਬੇਦਖਲ ਕਰਨ ਵਾਲਾ, ਉਹ ਅਮਲ 'ਚ ਉਹ ਵੀ ਚੱਲ ਰਿਹਾ। ਉਹਦੇ ਅਸੀਂ ਮਿਸਾਲਾਂ ਵੀ ਦਿੱਤੀਆਂ। ਬੁਲਾਡੇ ਦੇ ਵਿੱਚ ਇੱਕ 2 ਕਿੱਲਿਆਂ ਦੀ ਵਿਧਵਾ ਔਰਤ ਹੈ ਕਿਸਾਨ ਦੀ, ਉਹਨਾਂ ਦਾ ਕੇਸ ਵੀ ਚੱਲ ਰਿਹਾ ਕੋਰਟ 'ਚ। ਉਹਦਾ ਉਹਨਾਂ ਨੇ ਗਏ ਉਹ ਜਿਹੜੇ ਤੇ ਉਹਨਾਂ ਦੀ ਜਿਹੜੀ ਮੱਕੀ ਜਾਂ ਉੱਥੇ ਚਰੀ ਬੀਜੀ ਸੀਗੀ, ਉਹ ਉਹਨਾਂ ਨੇ ਹਲ ਫੇਰਨੇ ਸ਼ੁਰੂ ਕਰਤੇ। ਜਦੋਂ ਸਾਡੀ ਜਥੇਬੰਦੀ ਦੇ ਬੰਦੇ ਗਏ ਫਿਰ ਉਹਨਾਂ ਨੇ ਰੋਕਿਆ, ਫਿਰ ਪਿੱਛੇ ਮੁੜ ਗਏ ਉਹ। ਇਵੇਂ ਹੋਰ ਇੱਧਰ ਫਤਿਹਗੜ੍ਹ ਸਾਹਿਬ 'ਚ, ਤਰਨਤਾਰਨ ਦੇ ਵਿੱਚ ਰੱਤਾ ਖੇੜਾ ਪਿੰਡ ਹੈ ਕੋਈ, ਫਤਿਹਗੜ੍ਹ ਸਾਹਿਬ, ਇਹ ਸਾਰੇ ਥਾਵਾਂ 'ਤੇ ਉਹ ਚੱਲ ਰਿਹਾ। ਇਸ ਕਰਕੇ ਹੁਣ ਅੱਜ ਅਸੀਂ ਮੀਟਿੰਗ ਕਰਾਂਗੇ। ਇਸ ਤੋਂ ਬਾਅਦ ਮੀਟਿੰਗ ਕਰਕੇ ਫੈਸਲਾ ਕਰਾਂਗੇ ਵੀ ਇਹਨਾਂ ਨੇ ਜਿਹੜਾ ਆਪਣਾ ਵਾਅਦਾ ਕੀਤਾ ਸੀ ਵੀ ਅਸੀਂ ਆਪਦਾ ਨਹੀਂ, ਉਹਨਾਂ ਨੂੰ ਜਬਰੀ ਬੇਦਖਲੀ ਨਹੀਂ ਕਰਾਂਗੇ, ਉਸ ਤੇ ਅਸੀਂ ਕੋਈ ਨਾ ਕੋਈ ਡਿਸੀਜਨ ਲਵਾਂਗੇ। 3000 ਏਕੜ ਜਿਹੜੀ ਉਹ ਪਹਿਲਾਂ ਹੀ ਸਰਕਾਰ ਜਿਹੜੀ ਕਬਜ਼ਾ ਕਰ ਚੁੱਕੀ ਜਾਂ ਕਹਿੰਦੀ ਵੀ ਜਿਹੜੀ ਪੰਚਾਇਤੀ ਜ਼ਮੀਨ ਕਹਿੰਦੇ ਕਬਜ਼ੇ ਤੋਂ ਛੁਡਾ ਚੁੱਕੀ ਆ, ਉਹਦੇ ਸੰਬੰਧ ਵਿੱਚ ਵੀ ਕੋਈ ਫੈਸਲਾ ਲਿਆ ਜਾਊਗਾ ਜਿਹੜੇ ਕਿਸਾਨਾਂ ਨੂੰ ਛੁਡਵਾਈ ਗਈ ਹੈ? ਹਾਂਜੀ, ਉਹਨਾਂ ਦੇ ਵਿੱਚ ਵੀ ਜੇ ਅਸੀਂ ਉਹ ਛਾਣਬੀਣ ਦੇ ਵਿੱਚ ਅਸੀਂ ਕਿਹਾ 8000 ਹੀ ਆਉਣਗੇ, ਕਿਉਂਕਿ 8000 ਦੇ ਵਿੱਚੋਂ ਕਹਿੰਦੇ ਆ ਨਾ 3600 ਅਸੀਂ ਕਲੀਅਰ ਕਰ ਲਈ। ਉਹ 3600 ਵੀ ਰੀਐਗਜ਼ਾਮਨ ਹੋਊਗਾ, ਮੁੜ ਉਹ ਪੜਤਾਲ ਹੋਊ ਇਹਨਾਂ ਦੀ। ਜੇ ਉਹਨਾਂ ਦੇ ਵਿੱਚੋਂ ਵੀ ਕਿਸੇ ਨੂੰ ਨਜਾਇਜ਼ ਉਹਨਾਂ ਨੇ ਬੇਦਖਲ ਕੀਤਾ ਹੋਇਆ ਤਾਂ ਉਹਨਾਂ ਨੂੰ ਮਾਲਕੀ ਦਵਾਈ। ਸਰ ਕਈ ਫਾਰਮਰ ਤਾਂ ਖੁਦ ਆਪਣੀ ਮਰਜ਼ੀ ਨਾਲ ਦੇ ਰਹੇ ਨੇ। ਜੇ ਕੋਈ ਮਰਜ਼ੀ ਨਾਲ ਦੇ ਰਿਹਾ ਵੀ ਹਾਂ ਮੇਰੀ ਨਜਾਇਜ਼ ਦੱਬੀ ਹੋਈ ਹੈ ਤਾਂ ਉਹਨੂੰ ਤਾਂ ਕਿਉਂ ਕਹੂਗਾ ਵੀ ਕੋਈ ਦੇ ਦਿਓ? ਨਹੀਂ, ਮੈਂ ਕਲੀਅਰ ਕਰ ਦਿੰਦਾ, ਮੈਂ ਕਲੀਅਰ ਕਰ ਦਿੰਦਾ ਹੈ। ਲੁਧਿਆਣਾ ਸ਼ਹਿਰ ਵਿੱਚ ਕੁਝ 400 ਏਕੜ ਪਰ ਉਹ ਗਲਤ ਹੈ, ਮੈਂ ਕਲੀਅਰ ਕਰਦਾ ਹੈ। ਰਿਪੋਰਟ ਗਲਤ ਹੈ। 195 ਸੌਰੀ। ਦੇਖੋ, ਜ਼ਮੀਨ ਜਦੋਂ ਮੰਤਰੀ ਜਾ ਕੇ ਖੜਦਾ ਹੈ, ਸਾਰਾ ਪ੍ਰਸ਼ਾਸਨ ਜਾ ਕੇ ਖੜਦਾ ਹੈ, ਉੱਥੇ 200-250 ਪੁਲਿਸ ਮੁਲਾਜ਼ਮ ਲਿਜਾ ਕੇ ਖੜ ਲੈਂਦੇ। ਜੇ ਕਹਿੰਦੇ ਆ ਨਾ ਕਿ ਤੁਹਾਨੂੰ ਖਰਚਾ ਵੀ ਪਊਗਾ ਤੇ ਤੁਹਾਨੂੰ ਪਰਚਾ ਵੀ ਪਊਗਾ, ਉਸ ਗੱਲ ਤੋਂ ਡਰਦਾ ਅਗਲਾ ਕਹਿੰਦਾ 2 ਕਿੱਲੇ ਜ਼ਮੀਨ ਹੈ ਤੇ ਕਿਤੇ ਇਹ ਨਾ ਹੋਵੇ ਵੀ ਮਤਲਬ ਦਾੜੀ ਨਾਲ ਮੁੱਛਾਂ ਲੰਮੀਆਂ ਹੋ ਜਾਣ, ਉਹ ਡਰਦਾ ਹੀ ਅਗਲੇ ਮਤਲਬ ਛੱਡੀ ਜਾਂਦੇ। ਬਹੁਤ ਮੈਂ ਮਿਸਾਲ ਦੇ ਸਕਦਾ ਤੁਹਾਨੂੰ, ਛਲਹੇੜੀ ਪਿੰਡ ਹੈ ਫਤਿਹਗੜ੍ਹ ਸਾਹਿਬ ਦੇ ਵਿੱਚ, ਔਰ ਉਹਨਾਂ ਲੋਕਾਂ ਤੋਂ ਇਸੇ ਤਰੀਕੇ ਨਾਲ ਪੈਲੀ ਛੜਾਈ ਹੈ, ਔਰ ਉਹ ਲੋਕ ਦੁਬਾਰਾ ਫੇਰ ਮਤਲਬ ਜ਼ਮੀਨ ਦੇ ਉੱਤੇ ਕਾਬਜ਼ ਨੇ। ਤੁਸੀਂ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਇਸ ਚੀਜ਼ ਨੂੰ ਧਾਂਦੇਬਾਜ਼ੀ ਕਹੋਗੇ ਜਾਂ ਗੁੰਡਾਗਰਦੀ? ਬਿਲਕੁਲ ਧੱਕੇਸ਼ਾਹੀ ਹੈ ਜ਼ਮੀਨਾਂ ਦੇ ਵਿੱਚ। ਜਿਵੇਂ ਫੂਲ ਸਾਹਿਬ ਨੇ ਗੱਲ ਦੱਸੀ ਹੈ, 2-3 ਕਾਫੀ ਗੱਲਾਂ ਨੇ ਇਹ 'ਚ, ਇਕੱਲਾ ਇਹ ਨਹੀਂ ਉਹਨਾਂ ਨੇ ਮੰਨੀ ਸਾਡੇ ਨਾਲ ਗੱਲ, ਬਹੁਤ ਸਾਰੀਆਂ ਗੱਲਾਂ ਬਣਾਈਆਂ। ਕੁਝ ਲੋਕ ਉਹ ਆ ਜਿਹੜੇ 1904 ਤੋਂ ਪੈਸੇ ਭਰੀ ਬੈਠੇ ਆ, ਜਿਹੜੇ ਉਸ ਵੇਲੇ ਕਿਸੇ ਬੰਦੇ ਨੇ ਕਿਸੇ ਸਰਕਾਰ ਨੂੰ ਪੈਸੇ ਭਰਤੇ, ਉਹ ਦੁਬਾਰਾ ਪੈਸੇ ਕਿਵੇਂ ਭਰ ਦੂਗਾ ਜੀ? ਸਵਾਲ ਹੀ ਨਹੀਂ ਪੈਦਾ ਹੁੰਦਾ। ਇੱਕ ਗੱਲ। ਨੰਬਰ 2, ਬਹੁਤ ਸਾਰੀਆਂ ਜ਼ਮੀਨਾਂ ਉਹ ਨੇ ਜਿਹੜੀਆਂ ਸਾਡੀਆਂ ਹੀ ਨੇ, ਅਸੀਂ ਆਪਦੇ ਖਾਤਿਆਂ 'ਚੋਂ ਛੱਡੇ ਹੋਏ ਪਲਾਟ ਹੈ, ਰਕਬਾ ਛੱਡਿਆ ਵਾ। ਉਹ ਜਦੋਂ ਬਾਅਦ ਦੇ ਵਿੱਚ ਜ਼ਮੀਨ ਦੀ ਵੈਲਿਊ ਬਣੀ, ਲੋਕਾਂ ਨੇ ਥੋੜੀ ਜਿੰਨੀ ਸੀਗੀ ਉਹਨੂੰ ਆਪਦੇ ਵਿੱਚ ਰਲਾ ਕੇ ਉਹਨੂੰ ਮਤਲਬ ਖੇਤੀ ਕਰਨੀ ਸ਼ੁਰੂ ਕਰਤੀ। ਉਹ ਸਾਡੀਆਂ ਹੀ ਜ਼ਮੀਨਾਂ ਸੀ, ਸਰਕਾਰ ਦੀ ਕੋਈ ਜ਼ਮੀਨ ਨਹੀਂ ਸੀ। ਸਰਕਾਰ ਤਾਂ ਕਹਿੰਦੀ ਪਈ ਹੈ ਕਿ ਅਸੀਂ ਤੁਹਾਨੂੰ ਲੀਜ਼ ਤੇ ਦੇਣ ਨੂੰ ਤਿਆਰ ਹਾਂ। ਕਿਉਂ ਲੀਜ਼ ਤੇ ਜੀ? ਜੋ ਸਾਡੀ ਜ਼ਮੀਨ ਦੀ ਲੀਜ਼ ਕਿਵੇਂ ਲਵਾਂਗੇ ਅਸੀਂ? ਮੈਂ ਜਿਹੜੀ ਬੇਨਤੀ ਕੀਤੀ ਹੈ, 2 ਜ਼ਮੀਨਾਂ ਦੇ ਇਤਿਹਾਸ ਦੇ ਰਸਦ ਜਰ ਤੇ ਜੁਮਲਾ ਮਾਲਕਾਂ, ਇਹ ਦੋਨੇ ਜ਼ਮੀਨਾਂ ਉਹ ਨੇ ਜਿਹੜੀਆਂ ਸਾਡੀਆਂ ਹੀ ਨੇ, ਸਾਡੇ ਹਿੱਸੇ 'ਚੋਂ ਕੱਟ ਕੇ ਸਾਂਝੀ ਜ਼ਮੀਨ ਕਿਸੇ ਸਾਂਝੇ ਪਰਪਸ ਵਾਸਤੇ ਛੱਡੀ ਗਈ ਸੀ, ਜਾਂ ਕਿਸੇ ਕੋਈ ਪਹਾੜੀ 'ਚ ਆ ਗਈ, ਜਾਂ ਕੋਈ ਦਰਿਆ 'ਚ ਆ ਗਈ, ਜਾਂ ਕੋਈ ਉੱਚੇ ਟਿੱਬੇ 'ਚ ਆ ਗਈ, ਉਹ ਨਹੀਂ ਵਾਹੀਯੋਗ ਸੀ, ਜਾਂ ਜੰਗਲ ਸੀ ਨਹੀਂ ਵਾਹੀਯੋਗ ਸੀ, ਉਹਨੂੰ ਛੱਡਤਾ, ਇੱਕ ਪਾਸੇ ਕੱਢਤਾ। ਔਰ ਉਨੀ ਜਿੰਨੀ ਜ਼ਮੀਨ ਬਾਹਰ ਛੱਡੀ ਗਈ, ਉਨੀ ਰੈਸ਼ੋ ਨਾਲ ਲੋਕਾਂ ਦੀ ਜ਼ਮੀਨ ਘਟਾ ਦਿੱਤੀ ਗਈ। ਉਹ ਜ਼ਮੀਨ ਤਾਂ ਅਕਸਰ ਲੋਕਾਂ ਦੀ ਘਟੀ ਹੈ ਨਾ, ਉਹ ਸਮੇਂ ਦੇ ਮੁਤਾਬਕ ਜਦੋਂ ਲੋਕਾਂ ਨੇ ਪੈਰ ਆਪਦੇ ਜਮਾ ਲਏ, ਫਿਰ ਉਹ ਜ਼ਮੀਨ ਨੂੰ ਲੋਕਾਂ ਨੇ ਵਹਿ ਕਰ ਲਿਆ, ਔਰ ਉਹ ਜ਼ਮੀਨ ਤੇ ਲੋਕ ਕਾਬਜ਼ ਨੇ। ਉਹ ਤਾਂ ਲੋਕਾਂ ਦੀ ਜ਼ਮੀਨ ਹੈ, ਸਰਕਾਰ ਦੀ ਜ਼ਮੀਨ ਨਹੀਂ ਹੈ। ਉਹ ਨਾਲੇ ਸਰਕਾਰ ਨਾਲ ਗੱਲਬਾਤ ਹੋਈ ਸੀ ਕਿਸਾਨਾਂ ਦੀ ਬੈਠ ਕੇ, ਤੇ ਸਿੱਧਾ ਕਿਹਾ ਗਿਆ ਸੀ ਵੀ ਜਿਹੜਾ ਸਮਾਂ ਵਾ ਉਹ ਦਿੱਤਾ ਜਾਊਗਾ। ਹਾਂ, ਉਹਦੇ ਬਾਬਤ ਸਮਾਂ ਤੁਸੀਂ ਕਹਿੰਦੇ ਨਹੀਂ ਦਿੱਤਾ ਜਾ ਰਿਹਾ। ਮੈਂ ਉਹੀ ਗੱਲ ਕਰ ਰਿਹਾ। ਦੇਖੋ, ਸਾਡਾ ਦੁਬਾਰਾ ਮੀਟਿੰਗ ਕਰਨ ਦੀ ਕਿਉਂ ਲੋੜ ਪਈ ਹੈ? ਇਸੇ ਗੱਲ 'ਚੋਂ ਮੀਟਿੰਗ ਦੀ ਲੋੜ ਪਈ ਹੈ ਕਿ ਸਰਕਾਰ ਨੇ ਜੋ ਸਾਡੇ ਨਾਲ ਕਮਿਟਮੈਂਟ ਕੀਤੀ, ਇੱਕ ਤਾਂ ਕਿਹਾ ਸੀਗਾ ਕਿ ਅਸੀਂ ਜਿਹੜਾ ਨੋਟਿਸ ਦਿਆਂਗੇ 15 ਦਿਨ ਦਾ ਕਿਸਾਨ ਨੂੰ ਸਮਾਂ ਦਿਆਂਗੇ, 15 ਦਿਨ ਦੇ ਵਿੱਚ ਆਪਦਾ ਰਿਕਾਰਡ ਜੋ ਚੀਜ਼ ਹੈਗਾ ਸੰਬੰਧਿਤ ਅਧਿਕਾਰੀਆਂ ਨਾਲ ਸਾਂਝਾ ਕਰ ਲਿਓ। ਇੱਕ ਤਾਂ ਇਹ ਗੱਲ ਸੀਗੀ, ਔਰ ਅਸੀਂ ਇਹਦੇ ਤੇ ਵੀ ਨਹੀਂ ਸੀ, ਇਹਦੇ 'ਤੇ ਕਿਉਂ ਸਹਿਮਤ ਹੋਏ ਤੁਹਾਨੂੰ ਵੀ ਕਾਰਨ ਦੱਸ ਦਿੰਦਾ। ਸਰਕਾਰ ਬਾਰ-ਬਾਰ ਕਹਿੰਦੀ ਸੀਗੀ ਕਿ ਆਬਾਦਕਾਰਾਂ ਦੇ, ਕਾਸ਼ਤਕਾਰਾਂ ਦੇ ਤੇ ਇਹਨਾਂ ਜੁਮਲਾ ਮਾਲਕਾਨਾਂ ਦੀ ਆੜ 'ਚ ਕਿਤੇ ਕੋਈ ਵੱਡਾ ਮਗਰਮੱਛ ਨਾ ਫਾਇਦਾ ਲੈ ਜੇ। ਤੇ ਹੁਣ ਕੀ ਲੱਗ ਗਿਆ? ਉਹਨਾਂ ਮਗਰਮੱਛਾਂ ਦੇ ਨਾਂ ਤੇ ਉਜਾੜਨੇ ਸ਼ੁਰੂ ਕਰਤੇ ਵਿਚਾਰੇ, ਮਤਲਬ ਜਿਹੜੇ ਛੋਟੇ ਕਿਸਾਨ ਨੇ। तो इस करके आज दोबारा मीटिंग कर रहे हैं, ਉਹਦੇ ਚੋਂ ਇਹ ਗੱਲ ਸਾਰੀ ਸਰਕਾਰ ਨਹੀਂ ਕਹਿੰਦਾ ਵੀ ਛੋਟੇ ਜਿਹੜੇ ਆਵਾਜ਼ਕਾਰ ਕਿਸਾਨ ਕਰਨੇ ਜਾਂ ਜਿਨ੍ਹਾਂ ਨੇ ਖੇਤੀਯੋਗ ਜ਼ਮੀਨ ਬਣਾਈ ਉਹਨਾਂ ਨੂੰ ਜੜਾ ਜਾਏ, ਕੀ ਮਨਸ਼ਾ? ਦੇਖੋ, ਸਰਕਾਰ ਦੀ ਸਿੱਧੀ ਮਨਸ਼ਾ ਇਹ ਹੈ ਕਿ ਸਰਕਾਰ ਦਾ ਪਿੱਛੇ ਇੱਕ ਪ੍ਰੋਗਰਾਮ ਆਇਆ ਪਿਛਲੀ ਸਰਕਾਰ ਵੇਲੇ ਕਿ ਜਿੰਨੀਆਂ ਪੰਚਾਇਤੀ ਜ਼ਮੀਨਾਂ ਨੇ, ਜਿੰਨੀਆਂ ਪੰਚਾਇਤੀ ਸਰਕਾਰੀ ਜ਼ਮੀਨਾਂ ਪਈਆਂ, ਉਹ ਸਾਰੀਆਂ ਨੂੰ ਇੱਕ ਥਾਂ ਤੇ ਇਕੱਠੀਆਂ ਕਰੋ,
ਇਕੱਠੀਆਂ ਕਰਕੇ ਉੱਥੇ ਕਾਰਪੋਰੇਟ ਐਗਰੀਕਲਚਰ ਪਰਪਸ ਲਈ ਯੂਜ਼ ਕਰੋ। ਉਹਨਾਂ ਨੂੰ ਉਹ ਕਾਰਪੋਰੇਟ ਲੋਕਾਂ ਨੂੰ ਦੇਣ ਦੀ ਇੱਕ ਵਿਉਂਤਬੰਦੀ ਦੇ ਤਹਿਤ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ। ਵੱਡੀ ਫਾਰਮਿੰਗ ਕਰਵਾਉਣ ਵਾਸਤੇ ਕੀਤਾ ਜਾ ਰਿਹਾ। ਕਿਹੜੀ ਮੀਟਿੰਗ ਦਾ? ਜਿਹੜੀ ਤੋਂ ਪਹਿਲਾਂ ਹੋ ਗਈ। ਦੇਖੋ ਜਿਹੜੇ ਸਾਡੇ ਨੈਸ਼ਨਲ ਲੈਵਲ ਦੇ ਆਗੂ ਸਾਹਿਬਾਨ ਆਏ ਸੀਗੇ, ਅੱਜ ਦੀ ਮੀਟਿੰਗ ਦਾ ਮੇਨ ਏਜੰਡਾ ਸੀਗਾ ਕਿ ਪਿਛਲੇ ਸਮਿਆਂ ਦੇ ਦੌਰਾਨ ਕੁਝ ਜਥੇਬੰਦੀਆਂ ਪੋਲਿਟਿਕਸ ਵੱਲ ਚਲੀਆਂ ਗਈਆਂ, ਕੁਝ ਜਥੇਬੰਦੀਆਂ ਦੇ ਉੱਤੇ ਸਾਡੇ ਆਮ ਮਤਲਬ ਜਿਹੜੀਆਂ ਜਥੇਬੰਦੀਆਂ ਦੀ ਇਸ ਗੱਲ ਦੀ ਨਾਰਾਜ਼ਗੀ ਸੀਗੀ ਕਿ ਇਹਨਾਂ ਨੇ ਸਰਕਾਰ ਨੂੰ ਬੈਕਡੋਰ ਤੋਂ ਕੋਈ ਚਿੱਠੀ ਪੱਤਰ ਲਿਖਿਆ ਗਿਆ। ਉਹ ਸਾਰੀਆਂ ਗੱਲਾਂ ਸੀਗੀਆਂ, ਔਰ ਉਹਨਾਂ ਨਾਲੋਂ ਇੱਕ ਦੂਰੀ ਬਣੀ ਹੋਈ ਸੀ SKM ਦੀ। ਤੇ ਉਹਨਾਂ ਨੇ ਕੋਈ ਚਿੱਠੀ ਲਿਖੀ ਹੋਣੀ ਹੈ 9 ਮੈਂਬਰੀ ਕਮੇਟੀ ਨੂੰ, ਉਹਦੇ ਆਧਾਰ ਦੇ ਉੱਤੇ ਸਾਡੇ ਨਾਲ ਪਹਿਲਾਂ ਮੀਟਿੰਗ ਕੀਤੀ ਉਹਨਾਂ ਨੇ ਕਿ ਵੀ ਇਹਦੇ ਤੇ ਤੁਸੀਂ ਕੀ ਸੋਚਦੇ ਹੋ। ਕੁਝ ਸਾਰੀਆਂ ਜਥੇਬੰਦੀਆਂ ਨੇ ਆਪਦੀ ਉਹ ਉੱਤੇ ਮਤਲਬ ਨਹੀਂ, ਅੱਜ ਦੀ ਮੀਟਿੰਗ ਦਾ ਹਜੇ ਕੋਈ ਅੱਜ ਦੀ ਮੀਟਿੰਗ ਦਾ ਕੋਈ ਰਿਜ਼ਲਟ ਨਹੀਂ। ਆਰਾਮ ਨਾਲ ਕੱਲਾ ਸਵਾਲ ਹੈ। ਲਗਾਤਾਰ ਮੀਟਿੰਗਾਂ ਦੇ ਵਿੱਚ ਸ਼ਾਮਲ ਸਕਰੀਆ ਰਹਿੰਦੇ ਸੀਗੇ। ਨਹੀਂ, ਇਹ 23 ਜਥੇਬੰਦੀਆਂ ਹੈ ਜਿਹੜੀਆਂ ਇਹ ਨਾਨ ਪੋਲੀਟੀਕਲ ਨੇ, SKM ਦਾ ਹਿੱਸਾ ਨੇ, ਇਹਨਾਂ ਦਾ ਰਾਜੇਵਾਲ ਸਾਹਿਬ ਹਿੱਸਾ ਨਹੀਂ। ਸਰਕਾਰ ਨੇ ਮੂੰਗੀ ਬੀਜੀ ਹੈਗਾ, ਲੇਕਿਨ ਜਿਨ੍ਹਾਂ ਨੇ ਕਣਕ ਤੋਂ ਬਾਅਦ ਮੂੰਗੀ ਬੀਜੀ ਹੈ ਉਹਨਾਂ ਨੂੰ ਚਿੰਤਾ, ਕਿਉਂਕਿ ਮੂੰਗੀ ਹਲੇ ਪੱਕਣ ਨੂੰ ਟਾਈਮ ਹੈਗਾ, ਉਹ ਤਾਂ ਮੌਸਮ ਖਰਾਬ ਹੋ ਰਿਹਾ। ਤੁਹਾਨੂੰ ਲੱਗਦਾ ਚਿੰਤਾ ਦਾ ਵਿਸ਼ਾ ਹੈ ਕਿ ਨਹੀਂ, ਇਹ ਜਿਹੜਾ ਅੱਜ ਵਾਲਾ ਮੌਸਮ ਖਰਾਬ ਹੈ ਇਹ ਮੂੰਗੀ ਵਾਸਤੇ ਕੋਈ ਮਤਲਬ ਡੇਂਜਰਸ ਨਹੀਂ ਹੈ। ਇਹ ਤਾਂ ਮਤਲਬ ਮੌਸਮ ਠੀਕ ਹੈ। ਡੱਲੇਵਾਲ ਸਾਹਿਬ ਜਿਹੜੇ ਕਿਸਾਨ ਜਥੇਬੰਦੀਆਂ ਦੇ ਲੀਡਰ ਅੱਜ ਆਏ ਸੀਗੇ ਕੌਮੀ, ਉਹ ਕਹਿ ਰਹੇ ਨੇ ਕਿ MSP ਨੂੰ ਲੈ ਕੇ ਅਸੀਂ ਕੇਂਦਰ ਸਰਕਾਰ ਦੇ ਖਿਲਾਫ ਜਲਦ ਮੋਰਚਾ ਖੋਲ੍ਹਣ ਜਾ ਰਹੇ ਹਾਂ। ਸੋ ਉਸ ਨੂੰ ਲੈ ਕੇ ਕੋਈ ਗੱਲਬਾਤ ਹੋਈ? ਨਹੀਂ, ਅੱਜ ਹਜੇ ਤੱਕ ਇਹ ਤੇ ਅਸੀਂ ਸਾਰੇ ਚਿੰਤਤ ਹਾਂ, ਇਕੱਲੇ ਉਹ ਨਹੀਂ ਹੈ। ਕਿਸ ਚੀਜ਼ ਨੂੰ ਲੈ ਕੇ? ਨਹੀਂ ਜੀ, ਇੱਕ ਮਿੰਟ। 8 ਜੂਨ ਨੂੰ ਸਾਡੀ ਦਿੱਲੀ ਮੀਟਿੰਗ ਆਲ ਇੰਡੀਆ ਜਿਹੜੀ SKM ਦੀ, ਜਿਹਦੇ ਵਿੱਚ 500 ਜਥੇਬੰਦੀਆਂ ਸ਼ਾਮਲ ਹੈ, ਉਹਨਾਂ ਦੀ ਮੀਟਿੰਗ ਹੋ ਰਹੀ ਹੈ। ਜਿਹੜਾ ਤੁਸੀਂ ਸਵਾਲ ਕੀਤਾ ਵੀ ਅਗਲਾ MSP ਤੇ ਜਾਂ ਲਖੀਮਪੁਰ ਵਾਲਾ ਇਸ਼ੂ ਹੈਗਾ ਉਹ ਪੈਂਡਿੰਗ ਪਿਆ, ਜਿਹੜੇ ਕੇਸ ਸੀਗੇ ਸਾਡੇ ਪੁਲਿਸ ਨੇ ਦਰਜ ਕੀਤੇ ਆ ਅੰਦੋਲਨ ਵਾਲੇ, ਉਹ ਵਾਪਸ ਪਏ ਆ। ਜਿਹੜਾ ਸ਼ਹੀਦਾਂ ਨੂੰ ਇਹਨਾਂ ਨੇ ਦੱਸਣਾ ਉਹ ਵਾਪਸ ਪਿਆ, ਉਹਨਾਂ ਨੂੰ ਕੰਪਨਸੇਸ਼ਨ ਵਾਲਾ। ਸੋ ਇਸ ਕਰਕੇ ਉਹਨਾਂ ਤੇ 8 ਤਰੀਕ ਵਾਲੀ ਮੀਟਿੰਗ ਦੇ ਵਿੱਚ ਸਾਰੇ ਇਹ ਜਿਹੜਾ ਵੱਡੀ ਮੀਟਿੰਗ ਹੈ ਦਿੱਲੀ ਹੈ ਜਿਹੜੀ, ਉਹਦੇ ਵਿੱਚ ਕੀਤਾ ਜਾਵੇ। ਸਾਡਾ ਸਵਾਲ ਇਹ ਹੈ ਕਿ ਜਿਹੜੀ ਅੱਜ ਦੀ ਮੀਟਿੰਗ ਹੈ ਇਸ ਦੇ ਵਿੱਚ ਜਿਹੜਾ ਮੋਰਚਾ ਖੋਲ੍ਹਣ ਦੀ ਦੁਆਰ ਦੀ ਗੱਲ ਕੀਤੀ ਜਾ ਰਹੀ, ਕੀ ਕਿਸ ਹੱਦ ਤੱਕ ਸਹੀ ਹੈ? ਵਾਕਈ ਕੋਈ ਮੋਰਚਾ ਦੁਆਰ ਦੀ ਖੋਲ੍ਹਣ ਦੀ ਗੱਲ ਕੀਤੀ ਜਾ ਰਹੀ ਹੈ? ਇਸ ਚੀਜ਼ ਕਰਕੇ ਹੀ ਸਾਰੇ ਕੱਟ ਕੀਤਾ ਜਾ ਰਿਹਾ? ਤੁਸੀਂ ਗੱਲ ਸਵਾਰ ਕੇ ਸਮਝ ਲਿਓ। ਮੋਰਚਾ ਦੁਬਾਰਾ ਖੋਲ੍ਹਣ ਵਾਲੀ ਗੱਲ ਨਹੀਂ ਹੈ, ਮੋਰਚਾ ਤਾਂ ਖੁੱਲਿਆ ਹੋਇਆ ਹੈ। 15 ਜਨਵਰੀ ਤੱਕ ਦਾ ਅਸੀਂ ਸਰਕਾਰ ਨੂੰ ਟਾਈਮ ਦਿੱਤਾ ਸੀਗਾ ਕਿ 15 ਜਨਵਰੀ ਤੱਕ ਅਗਰ ਸਰਕਾਰ ਨੇ MSP ਦੀ ਗਰੰਟੀ ਦੇ ਕਾਨੂੰਨ ਦੇ ਲਈ ਕਮੇਟੀ ਨਾ ਬਣਾਈ, ਸਾਰੇ ਲੋਕਾਂ ਦੇ ਕੇਸ ਵਾਪਸ ਨਾ ਲਏ, ਸਾਡੇ ਸ਼ਹੀਦ ਪਰਿਵਾਰਾਂ ਨੂੰ ਕੰਪਨਸੇਟ ਨਾ ਕੀਤਾ, ਉਹ ਅਗਰ ਲਖੀਮਪੁਰ ਵਾਲਿਆਂ ਨੂੰ ਮਤਲਬ ਇਨਸਾਫ ਨਾ ਮਿਲਿਆ ਤਾਂ ਅਸੀਂ ਮੋਰਚਾ ਦੁਬਾਰਾ ਸ਼ੁਰੂ ਕਰਾਂਗੇ। ਤੇ ਤੁਸੀਂ ਦੇਖਿਆ ਹੋਵੇਗਾ ਪੰਜਾਬ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਇਹ ਪ੍ਰੋਟੈਸਟ ਹੋਇਆ। ਮੋਦੀ ਤੇ ਜੋਗੀ ਦੋਹਾਂ ਦੇ ਪੁਤਲੇ ਇੱਕ ਦਿਨ ਪੂਰੇ ਪੰਜਾਬ ਦੇ ਵਿੱਚ ਇਕੱਠਿਆਂ ਦੇ ਫੂਕੇ ਗਏ ਸਿਰਫ ਲਖੀਮਪੁਰ ਵਾਲੇ ਮੈਟਰ ਦੇ ਉੱਤੇ। ਮੋਰਚਾ ਤੇ ਖੁੱਲਿਆ, ਮੋਰਚਾ ਤਾਂ ਚੱਲ ਰਿਹਾ ਹੈ, ਮੋਰਚੇ ਦੀ ਕੋਈ ਦੋ ਰਾਏ ਨਹੀਂ। ਹਾਂ, ਮੋਰਚੇ ਦੇ ਵਿੱਚ ਐਕਸ਼ਨ ਕੀ ਹੋਵੇ ਉਹ ਆਉਣ ਵਾਲੀ ਮੀਟਿੰਗ ਦੇ ਵਿੱਚ ਜਿਹੜੀ 8 ਤਰੀਕ ਨੂੰ ਹੋਣੀ ਆ ਉਹਦੇ ਤੈਅ ਹੋਊਗੀ। ਵਾਲੇ ਤੋਂ ਸਰਕਾਰ ਖੇਤ ਚਾਹੁੰਦੀ ਹੈ 10-20 ਖੇਤ ਵਾਲੇ ਦਾ, ਉੱਤੇ ਤੁਹਾਡਾ ਕੀ ਪੱਖ? ਮੈਨੂੰ ਫਿਰ ਗੱਲ ਤੇ ਬੋਲਿਓ। 10-15-20 ਖੇਤ ਵਾਲੇ ਤੋਂ ਸਰਕਾਰ ਖਾਲੀ ਕਿਉਂ ਦੀ ਜ਼ਮੀਨ ਤੋਂ ਕਿਉਂ? ਅੱਛਾ, ਜਿਹੜਾ ਕਹਿਣ ਦਾ ਭਾਵ, ਦੇਖੋ ਮੈਂ ਇਹਦੇ 'ਚ ਬੜੀ ਸਪਸ਼ਟ ਗੱਲ ਹੈ, 10, 20, 15 ਵਾਲੇ ਦੀ ਗੱਲ ਨਹੀਂ ਹੈ। ਜੇ ਤਾਂ ਉਹ ਜਿਹੜੀ ਜੁਮਲਾ ਮਾਲਕਾਨਾਂ ਦੇ ਵਿੱਚ ਜ਼ਮੀਨ ਪਈ ਹੈ, ਅਗਰ ਉਹਦੀ 10 ਕਿੱਲੇ ਹੀ ਪਈ ਹੈ ਤਾਂ ਫਿਰ ਉਹਦਾ ਮਾਲਕ ਆ ਉਹ। ਜੁਮਲਾ ਮਾਲਕਾਨ ਜਿਹੜੇ ਹੈਗੇ ਨੇ, ਅਗਰ ਉਹਦੇ ਕੋਲੇ ਢੇਰੀ ਇੰਨੀ ਵੱਡੀ ਹੈ ਕਿ ਇੱਧਰ ਉਹ 10 ਕਿੱਲੇ ਛੱਡੀ ਬੈਠਾ ਹੈ ਤਾਂ ਉਹ 10 ਕਿੱਲਿਆਂ ਦਾ ਮਾਲਕ ਉਹਦੇ ਕੋਲੋਂ ਕੌਣ ਛਡਾਏਗਾ? ਉਹਦਾ ਮਾਲਕ ਹੀ ਹੈ। ਵੈਸੇ ਸਾਡਾ ਮਤਲਬ ਉਹਨਾਂ ਦੀ ਗੱਲ ਹੈ ਕਿ ਜਿਹੜੇ ਮੋਹਾਲੀ ਦੇ ਦਾਲੇ ਉਹ ਵੱਡੇ ਘਰ ਹੈ, ਉਹਨਾਂ ਦੇ ਨਾਲ ਸਾਡਾ ਕੋਈ ਸਰਕਾਰ ਨਹੀਂ। ਬਿਲਕੁਲ। ਜਿਹੜਾ ਇੱਥੇ ਵੀ ਆਵਾਜ਼ ਕਿਹਨੇ ਕੀਤੀ ਹੈ ਜਾਂ ਨਜਾਇਜ਼ ਬਿਨਾਂ, ਜਿਵੇਂ ਹੁਣ ਚੰਡੀਗੜ੍ਹ ਵਾਲਾ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਬਣਿਆ ਸੀ 16 ਜਾਂ 17 'ਚ, ਜਿਹਨੇ ਇਹੀ ਕੰਮ ਸੀਗਾ ਵੀ ਕਿੰਨੀ ਕਿਸੇ ਦੀ ਨਜਾਇਜ਼ ਦੱਬੀ ਹੈ ਉਹਦੀ ਰਿਪੋਰਟ ਦਿਓ। ਉਹਨਾਂ ਨੇ ਰਿਪੋਰਟ ਦੇਤੀ ਵੀ ਇਕੱਲੀ ਖਰੜ ਤਹਿਸੀਲ ਦੇ ਵਿੱਚ 25,000 ਏਕੜ ਪੰਚਾਇਤੀ ਜ਼ਮੀਨ, ਵੱਡੇ ਜਿਨ੍ਹਾਂ 'ਚ ਪੋਲੀਟੀਸ਼ੀਅਨ ਹੈ, ਵੱਡੇ ਅਧਿਕਾਰੀ ਹੈ, ਪੁਲਿਸ ਦੇ ਅਧਿਕਾਰੀ ਹੈਗੇ ਆ, ਦੂਜੇ ਪ੍ਰਸ਼ਾਸਨ ਦੇ, ਉਹਨਾਂ ਨੇ ਉਹ ਨਜਾਇਜ਼ ਦੱਬੀ ਹੋਈ ਹੈ, ਕੋਈ ਆਵਾਜ਼ ਨਹੀਂ ਕੀਤੀ। ਅਸੀਂ ਕਹਿੰਦੇ ਹਾਂ ਵੀ ਜੇ ਸੱਚੀਆਂ ਹੀ ਉਹ 25,000 ਏਕੜ ਕੋਈ ਥੋੜਾ ਨਹੀਂ, ਜੇ ਉਹ ਮਾਨ ਸਰਕਾਰ ਉਹਨਾਂ ਨੂੰ ਜਿਹੜੇ ਅਧਿਕਾਰੀਆਂ ਦੀ, ਪੁਲਿਸ ਅਧਿਕਾਰੀਆਂ ਦੀ, ਪੋਲੀਟੀਸ਼ੀਅਨਾਂ ਦੀ ਦੱਬੀ ਹੋਈ ਹੈ, ਪਹਿਲਾਂ ਉਹ ਛਡਾ ਲੇ, ਅਸੀਂ ਵੀ ਉਹਦਾ ਸਹਿਯੋਗ ਦੇਵਾਂਗੇ। ਉਸ ਤੋਂ ਬਾਅਦ ਵਾਦਕਾਰ ਵਾਲੇ ਪਾਸੇ ਫੇਰ ਆਉਣ, ਤਾਂ ਇਹਦੇ ਨਾਲ ਉਹਨਾਂ ਦੀ ਰੈਵਨਿਊ ਵੀ ਵਧੂਗਾ, ਜ਼ਮੀਨ ਵੀ ਵਧੂਗੀ। ਪਰ ਬਿਲਕੁਲ ਇਹ ਹੈਗਾ ਵੀ ਉਹਦੇ ਵਿੱਚ ਹੋ ਸਕਦਾ ਇੱਕ ਐਂ ਪਤਾ ਲੱਗਿਆ ਮੁਹਾਲੀ ਦਾ ਇਹਨਾਂ ਦਾ ਵੀ ਕੋਈ ਲੀਡਰ ਹੈਗਾ, ਉਹਦੀ ਵੀ ਜ਼ਮੀਨ ਹੈਗੀ ਹੈ ਆਮ ਆਦਮੀ ਪਾਰਟੀ ਦਾ। ਬਾਕੀ ਜਿਹੜਾ IAS ਅਧਿਕਾਰੀ ਹੈ
ਜਿਨ੍ਹਾਂ ਤੋਂ ਬਿਨਾਂ ਇਹ ਪਿਸ਼ਾਬ ਵੀ ਨਹੀਂ ਕਰਦੇ, ਉਹ ਸਾਰਾ ਰਾਜ ਹੀ ਉਹ ਚਲਾਉਂਦੇ ਆ। ਉਹਨਾਂ ਦੀ ਮੈਨੂੰ ਲੱਗਦਾ ਵੀ ਨਹੀਂ ਉਹਨਾਂ ਕੰਨੇ ਹੱਥ ਪਾਉਣਗੇ। ਮਾੜੇ ਖੁੱਲ ਕੇ ਗੱਲ ਕਰੀਏ, 2 ਵਾਰੀ ਆ ਇਸ਼ਾਰਾ ਮਾਰਿਆ ਗਿਆ, ਪਰ ਖੁੱਲ ਕੇ ਮਾੜਾ ਜਿਹਾ ਦੱਸ ਕੀ ਹੈ ਕਾਹਦਾ ਯਾਰਾ ਮੋਰਚਾ ਜਿਹੜਾ ਵਾ ਇਸ ਵੇਲੇ ਜਿਹੜਾ ਖੋਲਿਆ ਜਾ ਰਿਹਾ ਵਾ, ਇਹ ਕੇਂਦਰ ਦੇ ਖਿਲਾਫ ਖੋਲਿਆ ਜਾ ਰਿਹਾ ਜਾਂ ਪੰਜਾਬ ਸਰਕਾਰ ਕਿਹੜਾ ਮੋਰਚਾ? ਜਿਹੜਾ ਹੁਣ ਇਸ ਵੇਲੇ ਜਿਹੜੀ ਗੱਲਾਂ ਚੱਲ ਰਹੀਆਂ ਨੇ, ਜਿਸ ਦੀ ਗੱਲ ਤੁਸੀਂ ਪੰਚਾਇਤੀ ਜ਼ਮੀਨ ਦੀ ਗੱਲ। ਇਹਦਾ ਜਿਹੜੀ ਪੰਚਾਇਤੀ ਜ਼ਮੀਨਾਂ ਦੀ ਲੜਾਈ ਹੈ ਪੰਜਾਬ ਦੇ ਵਿੱਚ, ਪੰਜਾਬ ਗਵਰਨਮੈਂਟ ਸਾਡੇ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀ ਹੈ। ਜਿਹੜਾ ਸਾਨੂੰ ਛੇੜੇਗਾ ਮੋਰਚਾ ਉਹਦੇ ਖਿਲਾਫ ਲੱਗੇਗਾ, ਸੁਭਾਵਿਕ ਜੀ ਗੱਲ ਹੈ। ਸਰ ਸੰਗਰੂਰ ਇਲੈਕਸ਼ਨ ਆ ਰਹੀ ਹੈ, ਰਾਜੇਵਾਲ ਸਾਹਿਬ ਨੇ ਲੜਨ ਦਾ ਐਲਾਨ ਕਰਤਾ, ਤੁਸੀਂ ਇੱਥੇ ਇਲੈਕਸ਼ਨ ਦਾ ਜ਼ਿਕਰ ਕੀਤਾ ਜਾਊਗਾ। ਯਾਰ ਉਹ ਲੜਨ ਤੁਸੀਂ ਕਿਉਂ ਐਵੇਂ ਬਿਨਾਂ ਗੱਲ ਤੋਂ ਜਾਈ ਫਿਰਦੇ ਗੱਲ, ਉਹ ਲੜ ਸਕਦੇ ਆ, ਸ਼ਰਤ ਵਾਲੇ ਪੁੱਛ ਲਿਓ। ਮਰਜ਼ੀ ਹੈ ਉਹਨਾਂ ਦੀ, ਉਹ ਲੜ ਸਕਦੇ ਨੇ। ਹਾਂਜੀ ਇੱਕ ਮਿੰਟ, ਉਹ ਤੁਸੀਂ ਮੋਰਚੇ ਦੌਰਾਨ ਜਿਹੜੇ 750 ਤੋਂ ਉੱਪਰ ਸਾਡੇ ਜਿਹੜੇ ਕਿਸਾਨ ਮਜ਼ਦੂਰ ਸ਼ਹੀਦ ਹੋਏ ਸੀ, ਉਹ ਉਵੇਂ ਹੀ ਰੁੜ ਰਹੇ ਆ ਚੈੱਕ ਲੈਣ ਲਈ, ਕੋਈ ਨੌਕਰੀ ਲੈਣ ਲਈ। ਤੇਲੰਗਾਨਾ ਸਰਕਾਰ ਦਾ ਮੁੱਖ ਮੰਤਰੀ ਵੀ ਆਇਆ, ਉਹ ਵੀ ਕਾਫੀ ਸਾਰੇ ਕਿਸਾਨਾਂ ਨੂੰ ਜਿਹੜੇ ਚੈੱਕ 3-3 ਲੱਖ ਰੁਪਏ ਦੇ ਗਿਆ, ਪਰ ਉਹਨਾਂ ਦੇ ਵਿੱਚ ਵੀ ਕਿਸੇ ਦਾ ਨਾਂ ਨਹੀਂ ਠੀਕ ਹੈਗਾ, ਕਿਸੇ ਦਾ ਖਾਤਾ ਨਹੀਂ। ਉਹ ਲੋਕ ਪਰੇਸ਼ਾਨ ਹੁੰਦੇ, ਐਸਡੀਐਮਾਂ ਦੇ, ਡੀਸੀਆਂ ਦੇ ਦਰਾਂ 'ਚ ਧੱਕੇ ਖਾਂਦੇ ਤੁਰੇ ਫਿਰਦੇ ਆ। ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਜਿਹੜੇ ਸਮੂਹ ਐਸਡੀਐਮ ਉਹਨਾਂ ਨੂੰ ਕਹਿਣ ਫਟਾਫਟ ਉਹਨਾਂ ਦੇ ਜਿਹੜੇ ਚੈੱਕ ਆ ਠੀਕ ਕਰਵਾਉਣ ਤੇ ਭੇਜਣ। ਤੇ ਮੈਂ ਵੀ ਉਸ ਦਿਨ ਉੱਥੇ ਹਾਜ਼ਰ ਸੀ। ਮੈਂ ਭਗਵੰਤ ਮਾਨ ਸਾਹਿਬ ਨੂੰ ਉੱਠ ਕੇ ਖੜਾ ਹੋ ਕੇ ਕਿਹਾ ਸੀ ਵੀ ਇਹ ਪੰਜਾਬ ਵਾਲੇ ਬੈਠੇ ਆ, ਦੂਰੋਂ ਐਡੀ ਦੂਰੋਂ ਮੁੱਖ ਮੰਤਰੀ ਚੈੱਕ ਦੇਣ ਆ ਗਏ ਨੇ 3-3 ਲੱਖ ਦੇ, ਤੁਹਾਡੇ ਚੈੱਕ ਤੁਸੀਂ ਪੂਰੇ ਕਿਉਂ ਨਹੀਂ ਦਿੱਤੇ? ਤੁਸੀਂ ਨੌਕਰੀਆਂ ਦਾ ਵਾਅਦਾ ਕੀਤਾ ਸੀ, ਮੈਂ ਲਿਸਟਾਂ ਮੰਗਾਈਆਂ। ਉਸ ਦਿਨ ਮੈਂ ਅਨਾਉਂਸ ਕੀਤਾ ਵੀ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਉਹ ਮੇਰੇ WhatsApp ਨੰਬਰ ਤੇ ਭੇਜਣ। 100 ਬੰਦੇ ਤੋਂ ਉੱਪਰ ਮੇਰੇ ਕੋਲ ਲਿਸਟ ਆ, ਉਹ ਆ ਗਏ ਨੇ ਜਿਨ੍ਹਾਂ ਨੂੰ ਨੌਕਰੀ ਨਹੀਂ ਮਿਲੀ। ਬਹੁਤ ਸਾਰੇ ਬੰਦੇ ਇਹ ਆ ਗਏ ਨੇ ਕਿਸਾਨ ਜਿਨ੍ਹਾਂ ਨੂੰ ਪੈਸੇ ਨਹੀਂ ਮਿਲੇ, ਉਹਨਾਂ ਨੂੰ ਖੱਜਲ ਖਰਾਬ ਹੁੰਦੇ ਆ, ਉੱਥੇ ਲੋਕ ਰੋ ਰਹੇ ਸੀ। ਇਸ ਲਈ ਸਰਕਾਰ ਨੂੰ ਬੇਨਤੀ ਕਰਦੇ ਆ ਫੌਰੀ ਤੌਰ ਤੇ ਉਹਨਾਂ ਨੂੰ ਨੌਕਰੀ ਤੇ 5 ਲੱਖ ਰੁਪਏ ਦਾ ਜਿਹੜਾ ਹੈਗਾ ਰਾਸ਼ੀ ਉਹਨਾਂ ਨੂੰ ਦਿੱਤੀ ਜਾਵੇ। ਇੱਕ ਆਖਰੀ ਸਵਾਲ ਲਖਵਾਲ ਸਾਹਿਬ, ਯਾਰ ਜਿੰਨੀਆਂ ਵੀ 23 ਜਥੇਬੰਦੀਆਂ ਨੇ, ਤੁਸੀਂ ਇਹਨੂੰ ਇੱਕ ਕਰਨ ਜਾ ਰਹੇ ਹੋ, ਇਹ ਵੀ ਚਰਚਾ ਚੱਲ ਰਹੀ ਹੈ ਇੱਕੋ ਹੀ ਜਥੇਬੰਦੀ ਹੋ ਜਾਵੇ ਇਕੱਠੇ, ਜਿਵੇਂ ਨਹੀਂ 23 ਤਾਂ ਇੱਕੋ ਹੀ ਆ, ਅਸੀਂ 23 ਵਾਲੀ ਕੋਈ ਗੱਲ ਨਹੀਂ। 23 ਪ੍ਰੋਗਰਾਮ ਤੇ ਆ ਜਥੇਬੰਦੀਆਂ ਕਦੇ ਵੀ ਇੱਕ ਨਹੀਂ ਹੁੰਦੀਆਂ ਮਿਨੀਮਮ ਪ੍ਰੋਗਰਾਮ ਦੇ ਉੱਤੇ ਇਕੱਠੇ ਆ ਤੇ ਇਕੱਠੇ ਹੋ ਕੇ ਲੜਾਂਗੇ। ਲਖਵਾਲ ਸਾਹਿਬ, ਜਿਹੜੇ ਤੁਸੀਂ ਇਲੈਕਸ਼ਨ ਦੀ ਕਰ ਰਹੇ ਹੋ ਗੱਲ ਜਿਹੜੀ ਹੈ, ਸੋ ਜੇਕਰ ਭਗਵੰਤ ਮਾਨ ਸਰਕਾਰ ਨੇ ਤੁਹਾਡੀ ਗੱਲਾਂ ਨਾ ਮੰਨੀਆਂ ਤੇ ਜਿਵੇਂ ਸੰਗਰੂਰ ਦੀ ਜਿਹੜੀ ਹੈ ਜਿਮਨੀ ਚੋਣ ਆ ਰਹੀ ਹੈ ਤਾਂ ਉਸ ਦੇ ਵਿੱਚ ਸਰਕਾਰ ਦਾ ਵਿਰੋਧ ਹੋਊਗਾ ਜਾਂ ਕਿਸਾਨ ਬਾਈਕਾਟ ਕਰਨਗੇ ਇਸ ਦਾ? ਯਾਰ ਉਹ ਬਾਅਦ ਦੀਆਂ ਗੱਲਾਂ ਅਸੀਂ ਵਿਚਾਰ ਕਰਾਂਗੇ, ਅਸੀਂ ਅੱਜ ਮੀਟਿੰਗ ਵਿਚਾਰ ਕਰਾਂਗੇ। ਹੁਣ ਕਰਨ ਲੱਗੇ, ਫਿਰ ਦੇਖਦੇ ਆ ਕੀ ਕਰਦੇ ਆ। ਧੰਨਵਾਦ ਇਹਦੇ ਸਰ। ਬਾਰੇ ਵੀ ਦੱਸੋਗੇ ਵੀ ਹਾਂ ਫਾਈਨਲ ਡਿਸੀਜਨ ਕੀ ਹੁੰਦਾ ਕਾਹਦੇ ਬਾਰੇ? ਵੀ ਜਿਹੜਾ ਤੁਸੀਂ ਕਹਿੰਦੇ ਵਿਚਾਰ ਕਰਨ ਲੱਗੇ। ਉਹ ਯਾਰ ਵਿਚਾਰ ਹੀ ਕਰਦਾ ਲੈਣ ਦਿਓ, ਸਾਨੂੰ ਦੱਸਾਂਗੇ ਤੁਹਾਨੂੰ। ਤੁਹਾਡੇ ਕੋਲੇ ਇੱਕ ਗੱਲ ਆਊਗੀ ਸਾਡੀ, ਅਸੀਂ ਲੁਕੋ ਕੇ ਰੱਖਣ ਵਾਲੇ ਨਹੀਂ। ਬਸ ਪੰਜਾਬ ਦੇ ਲੋਕਾਂ ਨੇ ਕੀ ਲੱਗਦਾ ਵਾ ਕਿ ਉਮੀਦਾਂ ਪੂਰੀਆਂ ਹੋਈਆਂ? ਯਾਰ ਹਜੇ ਬਣੀ ਹੈ, ਅਸੀਂ ਤਾਂ ਲੜੀ ਜਾਂਦੇ ਆਉਂਦੇ ਸਾਰ ਸ਼ੁਰੂ ਹੋ ਗਏ ਆ। ਇੱਕ ਮਿੰਟ ਰੁਕੋ, ਚਾਹਤੇ ਸੀ ਸਰ ਉਹ ਹੋ ਰਿਹਾ, ਦੇਖੋ ਮੈਂ ਬੇਨਤੀ ਕਰਾਂ, ਜੋ ਚਾਹਤੇ ਸੀ ਉਹ ਹੋ ਰਿਹਾ। ਸੁਣ ਲਿਓ ਬਈ, ਸਭ ਤੋਂ ਪਹਿਲਾਂ ਆਉਂਦਿਆਂ ਸਾਰ ਤਾਂ ਉਹਨਾਂ ਨਾਲ ਲੜ ਪਏ ਆ, ਅਸੀਂ ਮੋਰਚਾ ਲਾ ਕੇ ਬਹਿ ਗਏ ਸੀ। ਮੋਰਚਾ ਕਿਉਂ ਹੁਣ ਕੀ ਗੱਲ ਹੈ? ਇੱਕ ਕੁਐਸਚਨ ਹੋਰ ਆ ਜਿਹੜੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਜਾਂਦੀਆਂ, ਇਹਦਾ ਵੀ ਕੁਝ ਨਹੀਂ ਹੋਇਆ। ਮੋਹਾਲੀ 'ਚ ਵੀ ਸਾਡੇ ਬੰਦੇ ਮੋਰਚਾ ਲਾਈ ਬੈਠੇ ਆ। 30 ਤਰੀਕ ਨੂੰ ਵੀ ਵੱਡਾ ਇਕੱਠ ਅਸੀਂ ਕਰ ਰਹੇ ਹਾਂ। ਅਸੀਂ ਇਹ ਵੀ ਬੇਨਤੀ ਕਰਕੇ ਆਏ ਹਾਂ, ਮਾਰਕੀਟ ਰੇਟ ਦੇ ਮੁਤਾਬਕ ਜਿਹੜੀਆਂ ਹਾਈਵੇ ਨਿਕਲ ਰਹੀਆਂ ਨੇ ਉਹਨਾਂ ਨੂੰ ਮਾਰਕੀਟ ਰੇਟ ਤੋਂ 4 ਗੁਣਾ ਦੇ ਕੇ ਸਾਨੂੰ ਦਿੱਤੇ ਜਾਣ ਪੈਸੇ। ਇੱਕ ਹੋਰ ਬੇਨਤੀ ਹੈ, ਇੱਕ ਬਹੁਤ ਨਹੀਂ ਉਹ ਅਜੇ ਫੈਸਲਾ ਲੈਣਗੇ ਜੇ ਬਹੁਤ ਇੰਪੋਰਟੈਂਟ ਇਸ਼ੂ ਰਹਿ ਗਿਆ ਸੀਗਾ ਸਾਡੇ ਕੋਲ ਡਿਸਕਸ, ਕਿਉਂਕਿ ਹਜੇ ਮੀਟਿੰਗ ਵਿੱਚ ਵਿਚਾਰਨਾ ਹੈ। ਤੁਹਾਡੇ ਧਿਆਨ 'ਚ ਲਿਆ ਜਾਈਏ ਮਾਈਨਿੰਗ ਦੇ ਇਸ਼ੂ ਦੇ ਉੱਤੇ। ਕੁਝ ਇਲਾਕਾ ਸਾਡਾ ਜਿਵੇਂ ਦਰਿਆਵਾਂ ਦੇ ਨੇੜੇ ਆ, ਉੱਥੇ ਗਲਤ ਤਰੀਕੇ ਨਾਲ ਮਾਈਨਿੰਗ ਹੋ ਰਹੀ ਹੈ। ਅਗਰ ਉਹ ਮਾਈਨਿੰਗ ਨਾ ਰੋਕੀ ਤਾਂ ਦਰਿਆ ਦੇ ਬੰਨ੍ਹ ਟੁੱਟ ਜਾਣਗੇ ਤੇ ਲੋਕਾਂ ਦੀਆਂ ਮਤਲਬ ਜ਼ਮੀਨਾਂ ਖੁਰ ਜਾਣਗੀਆਂ। ਸਰ ਜਿਹੜੇ ਮੰਤਰੀ ਉਹ ਕਹਿੰਦੇ ਨੇ ਵੀ ਬੰਦ ਹੋ ਗਈ ਮਾਈਨਿੰਗ, ਇਲੀਗਲ ਜਮ੍ਹਾਂ। ਦੱਸੋ ਜੀ, ਦੱਸੋ ਬੰਦ ਹੋ ਚੁੱਕੀ ਹੈ ਮਾਈਨਿੰਗ ਟੋਟਲੀ, ਹੁਣ ਲੀਗਲ ਤਰੀਕੇ ਨਾਲ ਚੱਲ ਰਹੀ ਹੈ। ਆ ਕਲੀਅਰ ਕਰ ਲਓ। ਮਕੇਰੀਆਂ ਦੇ ਵਿੱਚ ਇੱਕ ਖੱਡ ਚੱਲ ਰਹੀ ਹੈ ਨਜਾਇਜ਼, ਔਰ ਜਿੱਥੇ ਜਾਇਜ਼ ਵੀ ਚੱਲ ਰਹੀ ਹੈ ਉੱਥੇ ਵੀ ਧੱਕੇ ਦੇ ਨਾਲ ਜੇ 10 ਫੁੱਟ ਪੁੱਟਣ ਨੂੰ ਕਿਹਾ ਤੇ 40-40 ਫੁੱਟ ਪੁੱਟਿਆ ਜਾ ਰਿਹਾ। ਔਰ ਉਹ ਦਰਿਆਵਾਂ ਦੇ ਨਾਲ ਲੱਗਦੇ ਇਲਾਕਿਆਂ ਦੇ ਇੱਕ ਬੰਨੇ ਤਾਂ ਜ਼ਮੀਨ ਛਡਾ ਰਹੀ ਹੈ ਵੀ ਸਰਕਾਰੀ ਜ਼ਮੀਨ ਜਿਹੜੀ ਹੈ ਸਰਕਾਰ ਕਹਿੰਦੀ ਛੱਡੋ, ਤੇ ਕਿਸਾਨਾਂ ਦੇ ਨਾਲ ਧੱਕੇਸ਼ਾਹੀ ਨਾਲ ਛਡਾ ਰਹੀ ਹੈ। ਜਿਹੜੀਆਂ ਕਿਸਾਨਾਂ ਦੀ ਜ਼ਮੀਨ ਹੈ ਉਹਦੇ ਵਿੱਚ ਧੱਕੇਸ਼ਾਹੀ ਦੇ ਨਾਲ ਜਿੱਥੇ ਕੁਝ ਮਾਈਨਿੰਗ ਗੁੰਡਾਗਰਦੀ ਚੱਲ ਰਹੀ ਹੈ, ਉਹਨਾਂ ਜ਼ਮੀਨਾਂ ਨੂੰ ਖਰਾਬ ਕਰਨ ਦੇ ਵਿੱਚ ਸਰਕਾਰ ਦਾ ਪੂਰਾ ਹੱਥ ਹੈ। ਇਹ ਤਾਂ ਸਿਰਫ ਐਵੇਂ ਕਹਿਣ ਦੀਆਂ ਗੱਲਾਂ ਹੈ ਕਿ ਸਰਕਾਰ ਕਹਿੰਦੀ ਹੈ ਨਜਾਇਜ਼ ਮਾਈਨਿੰਗ ਬੰਦ ਹੋ ਗਈ। ਸਿਰਫ ਉਹੀ ਗੱਲ ਹੈ ਕਿ ਪਹਿਲਾਂ ਕਾਂਗਰਸ ਦਾ ਅਕਾਲੀਆਂ ਦਾ ਕਾਂਗਰਸ ਨਾਲ ਝੋਲਾ ਬਦਲਿਆ ਤੇ ਹੁਣ ਕਾਂਗਰਸ ਦਾ ਅਕਾਲੀਆਂ ਨਾਲ ਬਦਲ ਗਿਆ। ਕਿਸਾਨਾਂ ਦੀ ਆਮ ਲੋਕਾਂ ਦੀ ਜ਼ਿੰਦਗੀ ਆਮ ਆਦਮੀ ਪਾਰਟੀ ਨਾਲ ਝੋਲਾ ਬਦਲਿਆ ਜੀ। ਇਹ ਨਾ ਜਿਹੜੀ ਹੈ ਇਸ ਵੇਲੇ ਆਮ ਲੋਕਾਂ ਦੀ ਆ, ਕਿਸਾਨਾਂ ਦੀ ਜਿਹੜੀ ਗੱਲ ਹੈ ਕਿਤੇ ਨਹੀਂ, ਉਹਨਾਂ ਵਾਸਤੇ ਅੱਜ ਵੀ ਉਸੇ ਤਰ੍ਹਾਂ। ਆਮ ਪਾਰਟੀ ਆਮ ਨਹੀਂ ਰਹੀ।
ਜੇ ਆਮ ਹੁੰਦੀ ਤਾਂ ਉਹਨਾਂ ਦੀ ਸੁਣਦੀ, ਜਿਨ੍ਹਾਂ ਦੀਆਂ ਜ਼ਮੀਨਾਂ ਕੱਟ ਕੇ ਦਰਿਆ ਜਿਹੜੇ ਆ ਉਹ ਨਾਲ ਵਹਾ ਕੇ ਲੈ ਕੇ ਜਾ ਰਿਹਾ ਹੈ। ਵੱਡੇ ਮਾਈਨਿੰਗ ਮਾਫੀਆ ਦੀ ਪਿੱਠ ਤੇ ਨਾ ਖੜੀ ਹੁੰਦੀ। ਇਸੇ ਤਰ੍ਹਾਂ ਦੀ ਹੁਸ਼ਿਆਰਪੁਰ ਦੇ ਰੜਾ ਤੇ ਸ੍ਰੀ ਹਰਗੋਬਿੰਦਪੁਰ ਦੇ ਵਿੱਚ ਇੱਕ ਤਰ੍ਹਾਂ ਧੱਕੇ ਨਾਲ ਲੋਕਾਂ ਦੀਆਂ ਜ਼ਮੀਨਾਂ ਦੇ ਵਿੱਚ ਖਰਚ ਮੰਤਰੀ ਸਾਹਿਬ ਨੂੰ ਕੀ ਕਹਿਣਾ ਚਾਹੁੰਦੇ ਹੋ ਇਸ ਵੇਲੇ? ਇਹ ਤਾਂ ਅਸੀਂ ਇਹ ਕਹਿ ਰਹੇ ਹਾਂ ਕਿ ਮਾਨ ਸਾਹਿਬ ਅੱਖਾਂ ਖੋਲੋ। ਤੁਸੀਂ ਤਾਂ ਕਹਿੰਦੇ ਅਸੀਂ ਗਰੀਬ ਦੇ ਚੁੱਲ੍ਹੇ ਦੀ ਅੱਗ ਜਿਹੜੀ ਹੈ ਹੈਲੀਕਾਪਟਰ ਤੋਂ ਨਹੀਂ ਦਿਸਦੀ, ਤੁਸੀਂ ਤਾਂ ਜ਼ਮੀਨ ਤੇ ਹੋ, ਦੇਖੋ ਗਰੀਬ ਦੇ ਚੁੱਲ੍ਹੇ ਦੀ ਅੱਗ ਜਿਸ ਤਰ੍ਹਾਂ ਕਿਹਾ ਵਾ ਮੋਰਚਾ ਖੋਲੇ ਜਾਓ, ਤੁਸੀਂ ਕਹਿੰਦੇ ਹੋ ਜੀ ਮੋਰਚਾ ਖੋਲੇ ਜਾਓ, ਜੇਕਰ ਨਹੀਂ ਸਰਕਾਰ ਇਸ ਚੀਜ਼ ਨੂੰ ਜੀ 100% ਦੇਖੋ ਗੱਲ ਕੀ ਹੈ। ਮੈਂ ਇੱਕ ਬੇਨਤੀ ਕਰਾਂ ਤੁਹਾਡੇ ਮਾਧਿਅਮ ਤੋਂ, ਸਾਡਾ ਪਹਿਲੀ ਤਾਂ ਗੱਲ ਹੈ ਸਾਨੂੰ ਕੋਈ ਚਾਅ ਨਹੀਂ ਹੁੰਦਾਗਾ ਮੋਰਚਾ ਖੋਲ੍ਹਣ ਦਾ, ਅਸੀਂ ਵੀ ਕੰਮ ਵਾਲੇ ਬੰਦੇ ਹਾਂ, ਪਰ ਜਿੱਥੇ ਸਾਡੇ ਕਿਸਾਨਾਂ ਦੇ ਨੂੰ ਪਰੇਸ਼ਾਨੀ ਆਏਗੀ ਉੱਥੇ ਫਿਰ ਚਾਹੇ ਸਾਨੂੰ ਭੁੱਖੇ ਬਹਿ ਕੇ ਵੀ ਮੋਰਚਾ ਲਾਉਣਾ ਪਿਆ ਲਾਵਾਂਗੇ। ਇੱਕ ਸਵਾਲ ਹੈ ਲਵਾ ਸਾਹਿਬ, ਯਾਰ ਤੇਰਾ ਰਹਿ ਤੁਸੀਂ ਗਿਆ। ਹਾਂ ਬਿਲਕੁਲ ਇੱਕੋ ਸਵਾਲ ਹੈ, ਤੁਸੀਂ ਸਰਕਾਰ ਤੋਂ ਮੰਗ ਕਰ ਰਹੇ ਹੋ 5 ਲੱਖ ਰੁਪਇਆ ਮੁਆਵਜ਼ਾ ਨੌਕਰੀ। ਤੁਸੀਂ ਦਿੱਲੀ ਜਦੋਂ ਬੈਠੇ ਸੀ ਪ੍ਰੈਸ ਕਾਨਫਰੰਸ ਵਿੱਚ ਐਲਾਨ ਕੀਤਾ ਸੀ ਕਿ ਸ਼ਹੀਦ ਪਰਿਵਾਰਾਂ ਦੇ ਕਿਸਾਨਾਂ ਨੂੰ 2-2 ਲੱਖ ਰੁਪਇਆ ਮੁਆਵਜ਼ਾ ਦੇਵਾਂਗੇ, ਸੰਯੁਕਤ ਕਿਸਾਨ ਮੋਰਚਾ ਦੇਊਗਾ। ਹੁਣ ਤੱਕ ਸੰਯੁਕਤ ਕਿਸਾਨ ਮੋਰਚੇ ਨੇ ਕਿੰਨੇ ਪਰਿਵਾਰਾਂ ਨੂੰ 2-2 ਲੱਖ ਰੁਪਇਆ ਦਿੱਤਾ? ਦੇਖੋ ਸਭ ਤੋਂ ਪਹਿਲੀ ਤਾਂ ਗੱਲ ਇਹ ਹੈ, ਤੂੰ ਹੁਣ ਮਤਲਬ ਬੜਾ ਕਸੂਤਾ ਸਵਾਲ ਕੀਤਾ ਹੈ। ਤੇਰਾ ਇਹ ਸਵਾਲ ਦਾ ਮਤਲਬ ਇਹ ਹੈ ਵੀ ਤੂੰ ਉਹ ਥਾਂ ਛੇੜਦਾ ਜਿਹੜੇ ਥਾਂ ਦੇ ਉੱਤੇ ਅਸੀਂ ਬੋਲਣਾ ਨਹੀਂ ਚਾਹੁੰਦੇ। ਤੁਸੀਂ ਉਦੋਂ ਐਲਾਨ ਕੀਤਾ ਉਹ ਯਾਰ ਸੁਣ ਲੈ ਹੁਣ ਫਿਰ ਗੱਲ ਹੈ, ਜੇ ਤੂੰ ਮਤਲਬ ਜ਼ਖਮ ਛੇੜਦਾ ਹੈ, ਉਹ ਜਿਹੜਾ ਵੀ ਪੈਸਾ ਜਿੰਨਾ ਹੈ ਉਹ SSM ਦੇ ਲੀਡਰ ਸਾਹਿਬਾਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਬੜਾ ਸਪਸ਼ਟ ਤੇ ਕਲੀਅਰਲੀ ਮੰਨ ਚੁੱਕੇ ਨੇ। ਕੋਈ ਸਾਰੇ ਦਾ ਸਾਰਾ ਪੈਸਾ ਸਾਡੇ ਕੋਲੇ ਆ, ਉਹਨਾਂ ਕੋਲੇ ਚਲਿਆ ਗਿਆ SSM ਵਾਲਿਆਂ ਕੋਲੇ। ਹੁਣ ਉਹਨਾਂ ਕੋਲੇ ਆ ਪੈਸਾ, ਅਸੀਂ ਬਾਰ-ਬਾਰ ਕਮੇਟੀ ਬਣਾ ਕੇ ਉਹਨਾਂ ਦੇ ਕੋਲੋਂ ਮੰਗ ਰਹੇ ਹਾਂ ਕਿ ਇਹ ਜਿਹੜਾ ਪੈਸਾ ਤੁਹਾਡੇ ਕੋਲੇ ਭਾਈ ਇਹ ਪੈਸਾ ਲਿਆਓ ਇੱਧਰ। ਇਸ ਪੈਸੇ ਨੂੰ ਅਸੀਂ ਸਾਡੇ ਲਖੀਮਪੁਰ ਵਾਲਿਆਂ ਨੂੰ ਵੀ ਦੇਣਾ, ਉੱਥੇ ਲੜਾਈ ਲੜੀ ਜਾ ਰਹੀ ਹੈ। ਇੱਕ ਸਾਡਾ ਹਰਿਆਣੇ ਦਾ ਕਿਸਾਨ ਉੱਥੇ ਫਸੇ ਹੋਏ ਨੇ, 2-3 ਕਿਸਾਨ ਮੁਕੱਦਮੇ 'ਚ। ਉੱਥੇ ਟਿਕਰੀ ਬਾਰਡਰ ਤੇ ਇੱਕ ਨੇ ਆਪਣੇ ਆਪ ਨੂੰ ਅੱਗ ਲਾ ਕੇ ਮਤਲਬ ਸੁਸਾਈਡ ਕਰ ਲਿਆ ਸੀ, ਉਹਦੇ 'ਚ 2 ਕਿਸਾਨ ਫਸ ਗਏ ਸੀ। ਉਹਨਾਂ 2 ਪਰਿਵਾਰ, ਉਹ ਵੀ ਗਰੀਬ ਪਰਿਵਾਰ ਹੈ, ਕਿ ਉਹਦੇ 'ਚੋਂ ਕੁਝ ਲੈਣ ਦੇ ਕਰਕੇ ਉਹਨਾਂ ਦਾ ਕੰਪਰੋਮਾਈਜ਼ ਕਰਵਾ ਦਿੱਤਾ ਜਾਏ। ਉਹ ਵੀ ਅਸੀਂ ਮਤਲਬ ਇਹਨਾਂ ਦੇ ਕੋਲੋਂ ਮੰਗ ਕਰ ਰਹੇ ਹਾਂ ਕਿ ਉਹ ਪੈਸਾ ਤੁਸੀਂ SKM ਦੇ ਖਾਤੇ 'ਚ ਲਿਆਓ। ਆਪਣੇ ਖਿਲਾਫ ਮੋਰਚਾ ਖੋਲੋਗੇ ਢੱਲੇਵਾਲ ਸਾਹਿਬ ਕੀ ਲੱਗਦਾ ਉਹਨਾਂ ਨੇ ਇਲੈਕਸ਼ਨ 'ਚ ਵਰਤਿਆ ਪੈਸਾ ਹੈ? ਇਹ ਲੱਗਦਾ ਨਹੀਂ ਹਜੇ ਸਾਡੇ ਕੋਲੇ ਦੇਖੋ ਪ੍ਰੂਫ ਮੈਂ ਗੱਲ ਕਿੰਨੀ ਹੈ? ਬੇਲੋੜੀ ਅਮਾਉਂਟ ਕਲੀਅਰ ਹੈ ਜੀ, ਉਹਨਾਂ ਨੇ ਆਪ ਹੀ ਪ੍ਰੈਸ ਆਪ ਹੀ ਬੋਲਿਆ ਤੁਸੀਂ ਮਾੜਾ ਦੱਸ ਬਈ 5 ਟੋਟਲ ਜਿਹੜਾ ਇਕੱਲੇ ਸਿੰਘੂ ਬਾਰਡਰ ਦਾ ਉਹ ਉਹਨਾਂ ਕੋਲੇ ਹੈਗਾ ਹਿਸਾਬ। ਗੱਡੀ ਜਿੱਥੇ ਵੱਧ ਕਲੈਕਸ਼ਨ ਹੋਈ ਹੈ ਉਹ ਕਹਿੰਦੇ ਆ ਵੀ 5 ਕਰੋੜ ਦੇ ਲਗਭਗ ਤਾਂ ਉੱਥੇ ਸਾਲ ਭਰ ਜਿਹੜਾ ਮੋਰਚਾ ਚੱਲਿਆ ਉਹ ਖਰਚ ਹੋ ਗਿਆ, ਪਰ 1.5 ਕਰੋੜ ਤੋਂ ਉੱਪਰ ਅਜੇ ਵੀ ਸਾਡੇ ਕੋਲੇ ਬਾਕੀ ਹੈ ਜਿਹੜੀ ਉਹਨਾਂ ਦੀ ਸਟੇਟਮੈਂਟ। ਅਸੀਂ ਕਹਿੰਦੇ ਆ ਵੀ ਜਿਹੜਾ 1.5 ਕਰੋੜ ਹੈਗਾ ਉਹ ਕਿਸੇ ਦੀ ਨਿੱਜੀ ਜ਼ਗੀਰ ਨਹੀਂ, ਉਹ ਲੋਕਾਂ ਨੇ ਦਿੱਤਾ ਅੰਦੋਲਨ ਵਾਸਤੇ। ਸੋ ਇਸ ਕਰਕੇ ਉਹ 1.5 ਕਰੋੜ ਅਸੀਂ ਕਹਾਂਗੇ ਵੀ ਆ ਜਿਹੜੇ ਅੱਜ 7 ਮੈਂਬਰੀ ਕਮੇਟੀ ਆਈ ਹੈ ਉਹਨਾਂ ਨੂੰ ਵੀ ਕਿਹਾ ਸਰ ਜੇਕਰ ਜੇ ਨਹੀਂ ਮੰਨਦੇ ਤਾਂ ਆਪਣੇ ਖਿਲਾਫ ਮੋਰਚਾ ਖੋਲ੍ਹੋ। ਯਾਰ ਦੇਣਗੇ ਕਿਉਂ ਨਹੀਂ ਦੇਣਗੇ? ਉਹ ਦੇਣਗੇ ਕਿਉਂ ਨਹੀਂ? ਲੋਕਾਂ ਦਾ ਪੈਸਾ ਹੈ, ਲੋਕਾਂ ਦਾ ਪੈਸਾ ਦੇਣ ਦੀ ਲੋੜ ਕਮਾਲ ਦੀ ਗੱਲ ਹੈ। ਵਾਹ ਲੈ ਲਾਂਗੇ ਪੈਸਾ, ਲੋੜਵੰਦ ਥਾਵਾਂ ਤੇ ਉਹ ਲੋਕਾਂ ਦਾ ਪੈਸਾ ਹੈ, ਪਬਲਿਕ ਦੇ। ਤੁਸੀਂ ਇੰਨੇ ਤੂੰ ਸਾਡੇ ਮੂਹਰੇ ਰੱਖੇ ਹੈ ਤੇ ਉਹ ਪੈਸੇ ਰਹਿਣ ਦੇਣਗੇ ਇਹ? ਕਿਸਾਨ ਜਥੇਬੰਦੀਆਂ ਦੀ ਇਹ ਬੈਠਕ ਵਿਵਾਦਾਂ 'ਚ ਘਿਰਦੀ ਦੀ ਸੀ, ਜਿਸ ਵਿੱਚ ਕਿਸਾਨ ਜਥੇਬੰਦੀਆਂ ਦੇ 2 ਧੜੇ ਬਣਦੇ ਦਿਖਾਈ ਦਿੱਤੇ। ਹਾਲਾਂਕਿ ਕਿਸਾਨ ਆਗੂਆਂ ਵੱਲੋਂ ਇੱਕ ਹੋਰ ਮੀਟਿੰਗ ਬੁਲਾਈ ਗਈ ਹੈ ਜੋ ਕਿ 8 ਜੂਨ ਨੂੰ ਹੋਵੇਗੀ। ਦੇਖਣਾ ਹੋਵੇਗਾ ਕਿ ਇਸ ਮੀਟਿੰਗ ਵਿੱਚ ਕੀ ਹੁੰਦਾ ਹੈ। ਲੁਧਿਆਣਾ ਤੋਂ ਕੁਲਵੀਰ ਰਾਹੀ ਦੀ ਰਿਪੋਰਟ, D5 ਚੈਨਲ ਪੰਜਾਬੀ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ, ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।